ਸਾਂਝ ਪਾਈ ਸੀ, ਜਿਹਦੇ ਵਿੱਚ ਗੁਰੂ ਸਾਹਿਬ ਜੀ ਨੇ ਸਮਝਾਉਣਾ ਕੀਤਾ ਕਿ ਸੰਸਾਰ ਦੇ ਵਿੱਚ ਮਲੇਸ਼ ਜੀ, ਖੋੜਿਆਰ ਝੂਠੇ ਜੀ, ਅਨੇਕਾਂ ਪਾਪੀ ਜੀ ਜਿਹੜੇ ਕਈ ਧਰਮ ਤਰੀਕਿਆਂ ਦੇ ਨਾਲ ਵਿਕਰਮ ਕਮਾ ਕੇ ਆਪਣੇ ਜੀਵਨ ਨੂੰ ਬਤੀਤ ਕਰ ਰਹੇ ਨੇ, ਉਹ ਇੰਨੇ ਨੇ ਕਿ ਉਹਨਾਂ ਦੀ ਗਿਣਤੀ ਮਿਣਤੀ ਨਹੀਂ ਕੀਤੀ ਜਾ ਸਕਦੀ। ਅਸੀਂ ਆਪਣੀ ਜ਼ਿੰਦਗੀ ਅੰਦਰ ਕਿਸੇ ਇੱਕ ਆਦਮੀ ਨੂੰ ਜਾਣਦੇ ਹਾਂ ਵੀ ਫਲਾਣਾ ਬੰਦਾ ਇੱਦਾਂ ਹੈ, ਪਰ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਸਮਝਾਉਣਾ ਕਰ ਰਹੇ ਨੇ, ਕਹਿੰਦੇ ਤੂੰ ਇੱਕ ਤੋਂ ਪਰੇਸ਼ਾਨ ਹੈ, ਇਹ ਸੰਸਾਰ ਦੇ ਵਿੱਚ ਉਹਦੇ ਵਰਗੇ ਅਸੰਖ ਨੇ, ਅਣਗਿਣਤ ਨੇ। ਤੂੰ ਤਾਂ ਇੱਕ ਆਦਮੀ ਨੂੰ ਜਾਣਦਾ, ਕਈ ਵਾਰੀ ਬੰਦਾ ਤਕਲੀਫ ਦੇ ਵਿੱਚ ਆ ਜਾਂਦਾ ਵੀ ਫਲਾਣਾ ਬੰਦਾ ਇੱਦਾਂ ਦੀਆਂ ਗੱਲਾਂ ਕਰਦਾ ਹੈ, ਮੇਰੇ ਖਿਲਾਫ ਬੋਲਦਾ ਹੈ, ਥੋੜ੍ਹਾ ਬੋਲਦਾ ਹੈ, ਉਹਦੀ ਸ਼ਬਦਾਂ ਵਾਲੇ ਠੀਕ ਨਹੀਂ ਹੈ, ਪਾਪ ਬੜੇ ਕਰਦਾ ਹੈ। ਗੁਰੂ ਸਾਹਿਬ ਜੀ ਸਮਝਾਉਣਾ ਕਰ ਰਹੇ ਨੇ, ਕਹਿੰਦੇ ਭਾਈ ਤੂੰ ਉਹਦੇ ਵੱਲ ਝਾਤ ਨਾ ਮਾਰ, ਤੂੰ ਇਹ ਯਤਨ ਕਰ ਕਿ ਮੈਂ ਆਪਣੇ ਆਪ ਨੂੰ ਰੱਬੀ ਰਜ਼ਾ ਦੇ ਵਿੱਚ ਰੱਖ ਕੇ ਉਹਦੀ ਭਗਤੀ ਕਿਵੇਂ ਕਰ ਸਕਾਂ। ਕਿਉਂਕਿ ਜੇ ਤੂੰ ਇੱਦਾਂ ਲੱਭਦਾ ਰਿਹਾ ਤਾਂ ਸੰਸਾਰ ਦੇ ਵਿੱਚ ਅਸੰਖ ਅਨੇਕਾਂ ਹੀ ਇੱਦਾਂ ਦੇ ਮਿਲਣਗੇ ਤੇ ਤੂੰ ਉਹਨਾਂ ਦਾ ਸੁਧਾਰ ਨਹੀਂ ਕਰ ਸਕਦਾ। ਪਾਪੀ ਵੀ ਨੇ, ਵਿਕਰਮੀ ਵੀ ਨੇ, ਪਖੰਡੀ ਵੀ ਨੇ, ਗਲਵਡ ਹੱਤਿਆ ਕਮਾਉਣ ਵਾਲੇ ਵੀ ਨੇ। ਤੇ ਅਖੀਰ ਦੀ ਪੰਕਤੀ ਜਿਹੜੀ ਕੱਲ੍ਹ ਆਪ ਜੀ ਦੇ ਨਾਲ ਸਾਂਝ ਪਾਈ ਸੀ, ਅਸੰਖ ਨਿੰਦਕ ਸਿਰ ਕਰਹਿ ਭਾਰ। ਦੂਜਿਆਂ ਦੀ ਨਿੰਦਾ ਕਰ ਕਰਕੇ ਆਪਣੇ ਸਿਰ ਤੇ ਭਾਰ ਰੱਖ ਲੈਣਾ, ਇਹੋ ਜਿਹੇ ਵੀ ਅਨੇਕ ਨੇ। ਚਲੋ ਕੋਈ ਭਲਾਈ ਦੀ ਗੱਲ ਕਰਦਾ ਹੋਵੇ ਤੇ ਗੱਲ ਸਮਝ ਆਉਂਦੀ ਹੈ ਵੀ ਕਿਸੇ ਦਾ ਭਲਾ ਕਰ ਰਿਹਾ ਬੰਦਾ, ਪਰ ਐਵੇਂ ਆਪਣੇ ਕਿਸੇ ਸਵਾਰਥ ਤੋਂ ਬਿਨਾਂ ਹੀ ਕਈ ਵਾਰੀ ਬੰਦਾ ਨਾ ਆਪਣੇ ਕੰਨਾਂ ਦੇ ਰਸ ਲਈ ਕਿਸੇ ਦੇ ਪ੍ਰਤੀ ਉਹਦੇ ਅੰਦਰ ਇਹੋ ਜਿਹੀ ਭਾਵਨਾ ਬਣ ਜਾਂਦੀ ਹੈ ਵੀ ਮੈਨੂੰ ਕੋਈ ਇਹਦੇ ਬਾਰੇ ਮਾੜਾ ਸੁਣਾਵੇ। ਤੁਸੀਂ ਵੇਖਿਆ ਹੋਣਾ ਆਪਣੇ ਆਲੇ, ਇਹ ਜੀਵਨ ਨਾ ਸਾਡੇ ਆਲੇ ਦੁਆਲੇ ਤੁਰਦਾ ਹੈ, ਅਸੀਂ ਵੀ ਇਹਦੇ ਵਿੱਚ ਹੀ ਹਾਂ, ਅਸੀਂ ਬਾਹਰ ਨਹੀਂ ਸਾਰੇ ਹੀ। ਤੇ ਕਈ ਜੀ ਇਹੋ ਜਿਹੇ ਹੁੰਦੇ ਨੇ ਜਿਹੜੇ ਭਾਰਤ ਦੇ ਵਿੱਚ ਰਹਿੰਦੇ ਨੇ ਵੀ ਫਲਾਣੇ ਬੰਦੇ ਦੀ ਮੈਨੂੰ ਕੋਈ ਔਛੀ ਗੱਲ ਸੁਣਨ ਨੂੰ ਮਿਲੇ, ਮੈਨੂੰ ਸਵਾਦ ਆ ਜਾਏ ਕੋਈ ਇਹਨੂੰ ਇੱਦਾਂ ਬੋਲ ਲਵੇ ਮਾੜਾ ਸ਼ਬਦ। ਕਹਿੰਦੇ ਇਹ ਜਿਹੜੇ ਇੱਦਾਂ ਦੇ ਲੋਕ ਨੇ ਨਾ, ਜ਼ਿੰਦਗੀ ਅੰਦਰ ਲੋਕਾਂ ਦੀ ਨਿੰਦਾ ਚੁਗਲੀਆਂ ਸੁਣ ਕੇ, ਉਹਨਾਂ ਦੀ ਨਿੰਦਾ ਚੁਗਲੀਆਂ ਕਰ ਕਰਕੇ ਕਿਸੇ ਦਾ ਕੁਝ ਨਹੀਂ ਸਵਾਰਦੇ। ਗੁਰੂ ਨਾਨਕ ਦੇਵ ਪਾਤਸ਼ਾਹ ਜੀ ਸਮਝਾਉਣਾ ਕਰ ਰਹੇ ਨੇ, ਇਹ ਕੀ ਕਰਦੇ ਨੇ ਜੀ, ਸਿਰ ਕਰਹਿ ਭਾਰ, ਆਪਣੇ ਸਿਰ ਤੇ ਭਾਰ ਰੱਖਦੇ ਨੇ, ਹੋਰ ਕੁਝ ਵੀ ਨਹੀਂ। ਜੀਵਨ ਕਿਸੇ ਹੋਰ ਪਾਸੇ ਲੈ ਕੇ ਜਾਣਾ ਸੀ, ਅਸੀਂ ਹੋਰ ਕਿਸੇ ਹੋਰ ਪਾਸੇ ਜਾਂਦੇ ਹਾਂ ਤੇ ਸਮਝ ਲੈਣਾ ਰੱਬੀ ਰਜ਼ਾ ਤੋਂ ਦੂਰ ਜਾ ਰਹੇ ਹਾਂ। ਅਸੀਂ ਉਸ ਵੱਲ ਝਾਤੀ ਨਹੀਂ ਮਾਰੀ, ਆਪਣੇ ਜੀਵਨ ਨੂੰ ਨਹੀਂ ਸਵਾਰਿਆ। ਹੋ ਸਕਦਾ ਹੈ ਬੰਦਾ ਕਈ ਵਾਰੀ ਦੇਖਣ ਨੂੰ ਉਹਨੂੰ ਲੱਗੇ ਵੀ ਮੈਂ ਬੜੀ ਵੱਡੀ ਪੋਸਟ 'ਤੇ ਹਾਂ, ਕਈ ਵਾਰੀ ਲੱਗਦਾ ਬੰਦੇ ਨੂੰ ਮਾਣ ਹੋ ਜਾਂਦਾ ਹੈ। ਅਸੀਂ ਕਿਸੇ ਫੀਲਡ ਦੀ ਗੱਲ ਕਰ ਲਈਏ, ਕੋਈ ਬਹੁਤ ਵਧੀਆ ਡਰਾਈਵਰ ਹੋਵੇ, ਉਹਨੂੰ ਲੱਗਦਾ ਵੀ ਮੇਰੇ ਵਰਗਾ ਹੈ ਹੀ ਨਹੀਂ। ਕਈ ਵਾਰੀ ਛੋਟੀ ਜਿਹੀ ਕਮੀ ਹੁੰਦੀ ਹੈ, ਬੰਦਾ ਖੜਿਆ ਰਹਿੰਦਾ, ਪੂਰੀ ਰਾਤ ਗੁਜ਼ਰ ਜਾਂਦੀ ਹੈ। ਕਈ ਵਾਰੀ ਮੇਰੇ ਵਰਗਾ ਸਟੇਜ 'ਤੇ ਕੋਈ ਬੋਲਦਾ ਹੈ, ਉਹਨੂੰ 2 ਸ਼ਬਦ ਬੋਲਣੇ ਆ ਗਏ ਤੇ ਆਪਣੇ ਆਪ ਦੇ ਵਿੱਚ ਬੜਾ ਖੁਸ਼ ਰਹਿੰਦਾ ਵੀ ਜਿਹੜੀ ਗੱਲ ਮੈਂ ਕੀਤੀ ਇਹਨੂੰ ਕੋਈ ਨਹੀਂ ਕਰ ਸਕਦਾ। ਇਹ ਭੁੱਲ ਗਿਆ ਪਰਮਾਤਮਾ ਨੇ ਤੇਰੇ ਵਰਗੇ ਅਸੰਖ ਬਣਾਏ ਨੇ, ਅਨੇਕਾਂ ਨੇ। ਜੇ ਤੇਰੀ ਰਸਨਾ ਦੇ ਵਿੱਚ ਰਸ ਦਿੱਤਾ ਹੈ ਤਾਂ ਹੋਰ ਵੀ ਬਹੁਤੇ ਨੇ ਜਿਨ੍ਹਾਂ ਦੀ ਰਸਨਾ ਦੇ ਵਿੱਚ ਪਰਮਾਤਮਾ ਨੇ ਰਸ ਦਿੱਤਾ ਹੈ। ਇਹ ਮਾਣ ਦੇ ਵਿੱਚ ਨਾ ਰਹੀ। ਬਸ ਇਹ ਗੱਲ ਸਾਨੂੰ ਸਮਝਣੀ ਪਏਗੀ, ਇਹ ਭੁਲੇਖਾ ਨਹੀਂ ਪੈਦਾ ਕਰਨਾ ਵੀ ਜਿੱਥੇ ਮੈਂ ਆ ਗਿਆ ਤੇ ਹੋਰ ਨਹੀਂ ਪਹੁੰਚ ਸਕਦਾ। ਜਦੋਂ ਬੰਦਾ ਇਹ ਅਵਸਥਾ ਦੇ ਵਿੱਚ ਪਹੁੰਚਦਾ ਹੈ, ਬਸ ਉਸ ਨੂੰ ਗੁਰੂ ਸਾਹਿਬ ਜੀ ਨੇ ਕਿਹਾ ਨਿੰਦਾ ਤੇ ਚੁਗਲੀ ਦੇ ਨਾਲ ਭਰ ਜਾਂਦਾ ਹੈ। ਉਹ ਕਹਿੰਦਾ ਫਲਾਣੇ ਦੀ ਗੱਲ ਮੈਨੂੰ ਸੁਣਨ ਨੂੰ ਮਿਲੇ, ਮੇਰਾ ਦੁਸ਼ਮਣ ਹੈ। ਕਿਤੇ ਥੋੜ੍ਹੀ ਜਿਹੀ ਗੱਲ ਹੋਈ ਉਹਦੇ ਪ੍ਰਤੀ ਬਸ ਸ਼ੁਰੂ ਹੋ ਜਾਂਦਾ ਹੈ। ਮਾਲਕ ਜੀ ਕਹਿੰਦੇ ਇੱਦਾਂ ਨਿੰਦਿਆ ਚੁਗਲੀ ਕਰਕੇ ਜਾਂ ਸੁਣ ਕੇ ਬੰਦਾ ਕਿਸੇ ਦਾ ਕੁਝ ਨਹੀਂ ਵਿਗਾੜਦਾ, ਆਪਣੇ ਸਿਰ ਤੇ ਭਾਰ ਰੱਖ ਲੈਂਦਾ ਹੈ। ਮੈਂ
कल शायद परसों एक बीबी जी की 2-3 गल्लां सुनी, बड़ी कमाल दी। जे किते सानूं समझ आवे अज दा जिहड़ा हालात बनया दुनिया का, जिहो जिहा इह समां चल रहा है, वो कहंदी मैं किते गाथा पढ़ी किसी दी, एक राजे ने कोई एक शाही नौकर रखना सी जिहड़ा बुरे हालातां दे विच सही फैसले लिए राजे को प्रेरित कर सके, मंत्री कह लीए। तो उन्हें आवाज़ा लवाया भी इदा इदा बंदा चाहिए जिहड़ा सूझवान होवे, जब राजे को सलाह की लोड़ होवे ते वो उन्होंने सलाह दे सके भी तू ये कार्य इदा, जां राजा कुछ पूछ ले उन्होंने, ये कह सकते हैं कि अपना पर्सनल मंत्री जिवें पर्सनल सैकटरी होंदे ने अजकल, आवाज़ा दिता गया। वो नगर या पिंड शहर के विच एक सूझवान जी आया, कहते जी मैं ये फिट हाँ, बिल्कुल फिट पीना। उन्होंने सवाल जवाब किए गए, उन्होंने रख लिया जी। उन्होंने राजे ने रखा सी ते उदों काम भी लेना सी। एक दिन इदा ही अचनचेत पूछ लिया, कहते भाई तू दस सकता है, अपने घोड़े कोल लैके गया, कहते दस सकता है मेरा जिहड़ा घोड़ा है ये किहड़ी नस्ल का है। असी कई बार अपने जीवन को इत्थे लियाते हाँ, बस बाकी सब इस तो थले हैं, पर नहीं दुनिया के बड़ा कुछ इदा का वापरता है। जो सानू सामने उहदा ज्ञान होंदा है तो असीं सर्वोसार हो जाते हैं। राजे को बड़ा माण सी भी मेरा जिहड़ा घोड़ा है बड़ी वधिया नस्ल का है, तो वह चाहुंदा सी भी मेरे घोड़े की उस्तत करे। उन्होंने कहना भाई मैनूं दस मेरा जिहड़ा घोड़ा है किहड़ी नस्ल का है, भला इहदी जान है तैनूं? वो वेख के कहना कि बादशाह तुहाडे दर दा नमक खाना, झूठ नहीं बोल सकता, सच बोलांगा शायद तुसीं नाराज हो जाओ। कहना नहीं तू दस। वो कहना तुहाडा जिहड़ा घोड़ा है ना असल दे विच इह नस्ल का है ही नहीं। जदों ये शब्द कहा तो औखा तो लगता है भी घोड़ा है बेनसली किवें हो सकता है, कोई तो नस्ल होनी है इहदी। राजा कहता इदा कहते इदा ही है, तुसीं छाणबीन करो, पड़ताल करो, मैं ये बारे स्टडी की, पढ़ाई की, मैनूं जानकारी है। राजा इनू नाल लैके जितों लिया सी उहदे कोल चला गया, उन्होंने पुछदा भी ये घोड़े की सही सही दसना। हुण जिहदे कोल खरीदिया सी उहदे कोल राजा आप चल के जावे, इहनूं गल समझ आ गई कि छोटी गल तो है नहीं। राजे ने कहा सही सही दसना भी ये जिहड़ा घोड़ा है ये किहड़ी नस्ल का है, किवें इहनूं तुसीं पालिया, किवें इहदी देखभाल किवें कीती गई। ते वो जिहदे घरों लिआंदा सी ना वो अगे बीबी कहंदी जी इहनूं जदों जन्म दिता ना इहदी माँ ने घोड़ी ने, कहंदे वो नाल ही चढ़ाई कर गई, मर गई। ते असल दे विच इस नूं असीं गां दे दुੱਧ दे नाल पालिया है, ते इहदी नस्ल जिहड़ी है सिर्फ जन्म घोड़ी तो होया है, इहदी जिहड़ी बनतर पाल हुई है वो गां दे दुੱਧ तो हुई है। राजे को गल समझ आ गई, कोई पकड़ वधिया की है, वो कहना मैं पढ़ाई की, जानकारी होती है। वो तुर के दस देंगे ने, तुरन दे विच कहंदे किहड़ी नस्ल का है, जिहड़े पढ़ाई करते। वापस आ गया राजा, उन्होंने पुछदा भी मैं इन्ने दिनों तो ही घोड़े को वरत रहा सी, किवें पता किवें लगा? वो कहंदा जी इहदी जिहड़ा खाण का तरीका सी ना, क्योंकि मैं तो वेख रेख इहदी करदा सी, इहदा खाण का तरीका घोड़ियां वाला नहीं सी, उहदे विच फर्क सी। उतों मैनूं ये एहसास होया भी ये नस्ली नहीं है। राजा बड़ा खुश होया भी वाकई इहनूं मैं रखिया तो चंगा ही कीता है। कुछ दिन होर बतीत होए, बस असी ये समझ लिए असी ऐ नहीं जाना, परमात्मा ने जो सानू दिता है असी उन्होंने लैके कमाई करके अपने हिरदे का सिंगार बना लीए। हंकार के नाल नहीं भरना कि मेरे वर्गा हो ही नहीं सकता, निंदा चुगलियां दे विच नहीं पैना। तुसां वेखिया होना कईयां दी रोटी नहीं पचदी, और कईयां कोल जिन्ना मर्जी कोई आई जाए कही जाए उन्हां दा सुभाव होंदा है उन्हें गल ही नहीं करनी उस पासे, वडियाई की गल है। कुछ दिन होर बतीत होए, हुण राजे ने तो उन्हें तनख्वाह देनी सी, पहला उन्होंने नाम दिता भी घोड़े की गल भी सही दसी है।
ਔਰ ਇਨਾਮ ਦੇ ਵਿੱਚ ਉਹਨੂੰ ਆਪਣੇ ਢੰਗ ਦੇ ਨਾਲ ਉਹਦੇ ਘਰ ਜਿਹੜੇ ਦੁਨੀਆਵੀ ਪਦਾਰਥ ਨੇ ਉਸ ਢੰਗ ਦੇ ਨਾਲ ਭੇਜ ਦਿੱਤਾ। ਥੋੜ੍ਹੇ ਦਿਨਾਂ ਬਾਅਦ ਕਹਿੰਦਾ ਵੀ ਮੇਰੀ ਜਿਹੜੀ ਰਾਣੀ ਹੈ ਇਹਦਾ ਇਹ ਸਾਰੇ ਜਿਹੜੇ ਰਾਜ ਦਰਬਾਰ ਦੇ ਜੀ ਰਹਿੰਦੇ ਨੇ ਇਹਨਾਂ 'ਤੇ ਹੁਕਮ ਚੱਲਦਾ ਹੈ, ਅਤੇ ਜਿਸ ਢੰਗ ਦੇ ਨਾਲ ਇਹ ਵਰਤਦੀ ਹੈ, ਜਿਸ ਢੰਗ ਦੇ ਨਾਲ ਇਹ ਰਹਿੰਦੀ ਹੈ, ਤੁਸੀਂ ਇਹਨਾਂ ਬਾਰੇ ਕੋਈ ਸਲਾਹ ਦੇ ਸਕਦੇ ਹੋ ਮੈਨੂੰ? ਉਹ ਕਹਿੰਦਾ ਜੀ ਅਸਲ ਦੇ ਵਿੱਚ ਇਹ ਰਾਣੀ ਤਾਂ ਜ਼ਰੂਰ ਹੈ, ਪਰ ਇਹਨੂੰ ਤੁਸੀਂ ਜਿੱਥੋਂ ਲੈ ਕੇ ਆਏ ਨੇ ਵਿਆਹ ਕੇ, ਇਹ ਸਹਿਜਾਦੀ ਨਹੀਂ। ਰਾਜਾ ਫਿਰ ਹੈਰਾਨ, ਇੱਦਾਂ ਕਿੱਦਾਂ ਹੋ ਸਕਦਾ ਹੈ? ਇਹ ਸਹਿਜਾਦੀ ਨਹੀਂ ਹੈ, ਰਾਣੀ ਜ਼ਰੂਰ ਹੈ। ਹੁਣ ਉਹਦੇ ਮਨ ਦੇ ਅੰਦਰ ਫਿਰ ਸੰਸ਼ੇ, ਉਹ ਲੈ ਕੇ ਗਿਆ, ਉੱਥੇ ਪੁੱਛਣਾ ਕੀਤਾ ਗਿਆ ਅਤੇ ਉਹਨਾਂ ਨੇ ਉਹ ਗੱਲ ਮੰਨੀ। ਕਹਿੰਦੇ ਜੀ ਸਾਡੇ ਘਰਾਣੇ ਦੇ ਵਿੱਚ ਜਨਮ ਲਿਆ ਸੀ ਬੱਚੀ ਨੇ, ਪਰ ਉਹ ਚੜ੍ਹਾਈ ਕਰ ਗਈ, ਘਰ ਦੇ ਅੰਦਰ ਕੋਈ ਬੱਚਾ ਹੈ ਨਹੀਂ ਸੀ, ਇਸ ਕਰਕੇ ਅਸੀਂ ਕਿਸੇ ਨੂੰ ਜਾਣਕਾਰੀ ਨਹੀਂ ਦਿੱਤੀ। ਦੂਜੀ ਬੱਚੀ ਲਿਆ ਕੇ ਉਹਨੂੰ ਪਾ ਲਿਆ, ਉਹਨੂੰ ਸ਼ਹਿਜ਼ਾਦੀ ਆਪਣੇ ਢੰਗ ਦੇ ਨਾਲ ਅਸੀਂ ਬਣਾਈ। ਬੜਾ ਹੈਰਾਨ ਹੋਇਆ, ਵਾਪਸ ਆਇਆ, ਕਹਿੰਦੇ ਵੀ ਕਿਵੇਂ ਪਤਾ ਲੱਗਾ? ਕਹਿੰਦੇ ਸ਼ਿੰਗਾਰ ਤਾਂ ਰਾਣੀਆਂ ਵਰਗਾ ਹੀ ਹੈ, ਬੋਲਣ ਦਾ ਢੰਗ ਵੀ ਜਦੋਂ ਸਾਰੇ ਇਕੱਠੇ ਹੁੰਦੇ ਨੇ ਰਾਣੀਆਂ ਵਰਗਾ ਹੀ ਹੈ, ਪਰ ਜਦੋਂ ਇਕਾਂਤ ਦੇ ਵਿੱਚ ਇਕੱਲੀ ਹੁੰਦੀ ਹੈ ਉਦੋਂ ਕੋਈ ਨੌਕਰ ਚਾਕਰ ਜਿਵੇਂ ਕਈ ਵਾਰੀ ਆਲੇ ਦੁਆਲੇ ਕੋਈ ਦਿਖ ਜਾਏ ਨਾ, ਉਹਦੇ ਨਾਲ ਜਿਹੜਾ ਵਰਤਣ ਦਾ ਢੰਗ ਹੈ ਨਾ, ਉੱਚੀਆਂ ਗੱਲਾਂ ਕਰਨੀ, ਛੋਟੇ ਸ਼ਬਦ ਵਰਤਣੇ, ਉਹਦੇ ਨਾਲ ਵਿਤਕਰਾ ਰੱਖਣਾ, ਉਸ ਤੋਂ ਪਤਾ ਲੱਗਦਾ ਹੈ ਕਿ ਰਾਣੀ ਇੱਥੇ ਰਾਣੀ ਬਣ ਗਈ ਹੈ। ਪਰ ਜੇ ਰਾਜ ਪਰਿਵਾਰ ਦੇ ਵਿੱਚ ਹੁੰਦੀ ਤੇ ਫਿਰ ਉੱਚੀਆਂ ਗੱਲਾਂ ਨਹੀਂ। ਰਾਜਾ ਬੜਾ ਹੈਰਾਨ, ਬੜਾ ਖੁਸ਼ ਹੋਇਆ, ਉਹਨੂੰ ਫਿਰ ਇਨਾਮ ਦਿੱਤਾ ਗਿਆ। ਥੋੜ੍ਹਾ ਜਿਹਾ ਸਮਾਂ ਹੋਰ ਬਤੀਤ ਹੋ ਗਿਆ। ਰਾਜੇ ਨੇ ਇੱਕ ਦਿਨ ਪੁੱਛ ਲਿਆ, ਕਹਿੰਦੇ ਵੀ ਤੇਰਾ ਮੇਰੇ ਬਾਰੇ ਕਿਆ ਖਿਆਲ ਹੈ? ਆਪਣੇ ਬਾਰੇ ਪੁੱਛ ਲਿਆ। ਉਹ ਹੁਣ ਕਵੇ ਕਿਵੇਂ, ਪਰ ਉਹਦਾ ਕੰਮ ਇਹ ਸੀ, ਉਹਨੂੰ ਸਲਾਹ ਦੇਣੀ ਸੀ। ਜੋ ਰਾਜਾ ਪੁੱਛੇ ਉਹਦੇ ਬਾਰੇ ਉਹਨੇ ਜਵਾਬ ਦੇਣਾ ਹੁੰਦਾ ਸੀ। ਮੇਰੇ ਬਾਰੇ ਦੱਸ ਤੇਰਾ ਕੀ ਖਿਆਲ ਹੈ? ਵੀ ਮੈਂ ਰਾਜਾ ਵਧੀਆ ਕੰਮ ਕਰਦਾ। ਉਹ ਸੋਚ ਵਿਚਾਰ ਕੇ ਕਹਿੰਦਾ ਜੀ ਜਵਾਬ ਤਾਂ ਮੈਂ ਦੇ ਦਾਂਗਾ, ਪਰ ਤੁਹਾਡੀ ਸ਼ਾਨ ਦੇ ਖਿਲਾਫ ਹੈ। ਕਹਿੰਦਾ ਕੋਈ ਗੱਲ ਨਹੀਂ, ਤੂੰ ਦੱਸ। ਮੈਂ ਤਾਂ ਚਾਹੁੰਦਾ ਕਿ ਤੈਨੂੰ ਰੱਖਿਆ ਹੀ ਇਸ ਕਰਕੇ, ਘਬਰਾ ਨਾ। ਕਹਿੰਦਾ ਸੱਚਾਈ ਇਹ ਹੈ ਕਿ ਅਸਲ ਦੇ ਵਿੱਚ ਬਣ ਗਏ ਤੁਸੀਂ ਵੀ ਰਾਜਾ, ਪਰ ਤੁਸੀਂ ਰਾਜ ਘਰਾਣੇ ਦੇ ਵਿੱਚੋਂ ਨਹੀਂ। ਹੁਣ ਗੱਲਾਂ ਉਹਦੀਆਂ ਹੀ ਨੇ, ਫਰਕ ਇੰਨਾ ਹੈ ਕਿ ਉਹਨੇ ਬਰੀਕੀ ਦੇ ਨਾਲ ਉਹਨਾਂ ਚੀਜ਼ਾਂ ਨੂੰ ਸਮਝਣ ਦਾ ਯਤਨ ਕੀਤਾ ਜਿਹੜਾ ਰੱਖਿਆ ਗਿਆ ਸੀ। ਹੁਣ ਰਾਜਾ ਵੀ ਉੱਤੇ ਪਲਿਆ ਵੜਿਆ, ਵੱਡਾ ਹੋਇਆ, ਸਾਰਾ ਕੁਝ ਕੀਤਾ, ਰਾਜਾ ਬਣ ਗਿਆ, ਪਰ ਉਹਨੇ ਬਰੀਕੀ ਦੇ ਨਾਲ ਧਿਆਨ ਨਹੀਂ ਦਿੱਤਾ। ਕਹਿੰਦੇ ਬਣ ਗਏ ਤੁਸੀਂ ਰਾਜੇ, ਪਰ ਸੱਚਾਈ ਇਹ ਰਾਜ ਘਰਾਣੇ ਦੇ ਵਿੱਚੋਂ ਮੇਰਾ ਜੋ ਗਿਆਨ ਕੀਤਾ ਹੈ ਉਹਦੇ ਮੁਤਾਬਕ ਤੁਸੀਂ ਰਾਜ ਘਰਾਣੇ ਦੇ ਵਿੱਚ ਨਹੀਂ ਜਾਂਦੇ। ਉਹ ਹੁਣ ਚਲੋ ਬਾਕੀਆਂ ਦੀ ਹੁੰਦੀ ਸੀ ਗੱਲ ਠੀਕ, ਹੁਣ ਆਪਣੇ 'ਤੇ ਆ ਗਈ। ਉਹ ਕਹਿੰਦਾ ਵੀ ਇੱਦਾਂ ਨਹੀਂ ਹੋ ਸਕਦਾ, ਕੁਛ ਪੜਤਾਲ ਤਾਂ ਕਰਨੀ ਸੀ। ਹੁਣ ਸਵਾਲ ਖੜਿਆ ਹੋ ਗਿਆ ਆਪਣੀ ਮਾਤੇ ਕੋਲ, ਮਾਤਾ ਨੂੰ ਜਾ ਕੇ ਪੁੱਛਦਾ ਹੈ ਵੀ ਮੈਨੂੰ ਸਹੀ ਦੱਸਣਾ। ਉਹ ਕਹਿੰਦੀ ਵੀ ਅਸੀਂ ਨਾ ਲਿਆਂਦਾ ਸੀ, ਸਾਡੇ ਪਰਿਵਾਰ ਦੇ ਵਿੱਚ ਕੋਈ ਉਹਨੂੰ ਚਲਾਉਣ ਵਾਲਾ ਹੈ ਨਹੀਂ ਸੀ, ਤੇ ਤੈਨੂੰ ਲੈ ਕੇ ਆਇਆ ਸੀ। ਤੇ ਉਹਨੂੰ ਪੁੱਛਦਾ ਵੀ ਕਿਵੇਂ ਪਤਾ ਲੱਗਾ? ਉਹ ਕਹਿੰਦੇ ਜਦੋਂ ਰਾਜੇ ਖੁਸ਼ ਹੁੰਦੇ ਨੇ ਨਾ, ਜਿਹੜੇ ਰਾਜ ਘਰਾਣੇ ਦੇ ਮਾਲਕ ਹੁੰਦੇ ਨੇ, ਉਹ ਖੁਸ਼ ਹੋ ਕੇ ਆਪਣੇ ਕਿਸੇ ਵੀ ਕੋਈ ਸਹਿਮਤ ਹੋਵੇ, ਮੈਂ ਤਾਂ ਇੱਕ ਆਗੂ ਤੁਹਾਡੇ ਨਾਲ ਵਰਤਣ ਵਾਲਾ ਸੀ, ਤੁਹਾਡਾ ਬਿਲਕੁਲ ਸਲਾਹਕਾਰ ਨਾਲ ਦਾ ਪਰਸਨਲ ਸੀ। ਕਹਿੰਦੇ ਰਾਜੇ ਜਦੋਂ ਖੁਸ਼ ਹੁੰਦੇ ਨੇ ਆਪਣੀ ਪ੍ਰਜਾ ਦੇ ਵਿੱਚ ਨਾ ਹੀਰੇ ਜਵਾਹਰਾਤ ਵੰਡਦੇ ਨੇ, ਬਹੁਤ ਹੀ ਕੀਮਤੀ ਵਸਤੂਆਂ ਦਿੰਦੇ ਨੇ। ਤੇ ਤੁਸੀਂ ਮੈਨੂੰ ਜਿਹੜਾ ਕੁਝ ਦਿੰਦੇ ਨੇ, ਕਦੇ ਭੇਡਾਂ ਤੇ ਕਦੇ ਬੱਕਰੀਆਂ, ਕਦੇ ਢੋਰ ਲੈ ਜਾਓ ਇਨਾਮ ਦੇ ਵਿੱਚ, ਰਾਜੇ ਇਹ ਨਹੀਂ ਦਿੰਦੇ। ਉੱਥੇ ਮੈਨੂੰ ਪਤਾ ਲੱਗਾ ਤੁਹਾਡੀ ਜਿਹੜੀ ਸੋਚ ਹੈ, ਇਹਨੂੰ ਉੱਥੋਂ ਲਿਆਂਦਾ ਸੀ ਜਿਹੜੇ ਬੱਕਰੀਆਂ ਪਾਲਦੇ ਨੇ ਕੁਮਿਹਾਰ ਦੇ ਘਰੋਂ। ਉਹਨੂੰ ਗੱਲ ਸਮਝ ਆ ਗਈ ਕਿ ਬਾਕੀ ਇਹ ਸੂਝਵਾਨ ਹੈ। ਤੇ ਮੈਂ ਜਿਹੜੀ ਬੇਨਤੀ ਕਰਨੀ ਚਾਹੁੰਦਾ, ਕਈ ਵਾਰੀ ਅਸੀਂ ਜਦੋਂ ਇੱਦਾਂ ਪਹੁੰਚ ਬਣਾ ਲੈਂਦੇ ਹਾਂ ਨਾ,
ਫਿਰ ਸਾਨੂੰ ਲੱਗਦਾ ਵੀ ਸਾਡੇ ਵਰਗਾ ਨਹੀਂ ਹੈ। ਪਰ ਜਿਹੋ ਜਿਹੇ ਹਾਲਾਤ ਬਣੇ ਹੋਏ ਨੇ ਨਾ, ਸਿੱਖ ਜਿਹੜਾ ਹੈ ਉਹ ਬਾਹਰੀ ਤੌਰ 'ਤੇ ਸਿੱਖ ਹੈ, ਵੇਖਣ ਨੂੰ ਬੜਾ ਵਧੀਆ ਹੈ, ਪਰ ਅੰਦਰ ਖਾਤੇ ਜਿਹੜਾ ਕੁਝ ਚੱਲ ਰਿਹਾ ਹੈ ਨਾ, ਉਹ 'ਤੇ ਸਾਨੂੰ ਭਾਲ ਕਰਨੀ ਪਏਗੀ। ਉਹ ਸਾਹਿਬ ਜੀ ਦੇ ਲਾਡਲੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਅਸੀਸ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਮਾਣੀ, ਉਹਨਾਂ ਦੀ ਅਸੀਸ ਬੰਦਾ ਸਿੰਘ ਬਹਾਦਰ ਜੀ ਨੇ ਮਾਣੀ। ਉਹਨਾਂ ਨੂੰ ਕਿਹਾ ਕਿ ਤੁਹਾਡੇ ਬੱਚੇ ਦਾ ਕਾਲਜਾ ਅਸੀਂ ਕੱਢਾਂਗੇ। ਉਹ ਕਿੱਦਾਂ ਦੇ ਧਨ ਨੇ, ਜਦੋਂ ਉਹਨਾਂ ਨੂੰ ਕਿਹਾ, ਕਹਿੰਦੇ ਵੀ ਮੈਂ ਪਹਿਲਾਂ ਗੁਰੂ ਦਾ ਸਿੱਖ ਹਾਂ ਕਿ ਬੱਚੇ ਦਾ ਬਾਪ ਦੇ ਵਿੱਚ ਗੁਰੂ ਦੀ ਸਿੱਖਿਆ ਧਾਰਨ ਕਰ ਲਈ। ਇਹ ਹੁੰਦੀ ਹੈ ਜ਼ਿੰਦਗੀ ਅੰਦਰ ਪਕਿਆਈ, ਇਹ ਹੁੰਦੀ ਹੈ ਸਿੱਖਿਆ ਲੈਣੀ। ਉਹ ਕਹਿੰਦਾ ਹੁਣ ਮੈਂ ਗੁਰੂ ਦਾ ਸਿੱਖ ਹਾਂ, ਤੇ ਜੇ ਇਹ ਮਾਰਗ ਤੇ ਤੁਰਦਿਆਂ ਮੇਰੀ ਜਾਨ ਮਾਰੀ ਜਾਂਦੀ ਹੈ, ਮੈਨੂੰ ਡਰਾਵੇ ਦਿੱਤੇ ਜਾਂਦੇ ਨੇ ਕਿਸੇ ਨੁਕਸਾਨ ਦੇ ਦੁਨੀਆਵੀ ਤੌਰ 'ਤੇ, ਭਾਈ ਹੁਣ ਮੈਂ ਅੰਦਰੋਂ ਨਹੀਂ ਟੁੱਟ ਸਕਦਾ। ਭਾਵੇਂ ਮੇਰਾ ਸਰੀਰ ਜਿਹੜਾ ਹੈ ਇਹ ਕਿਸੇ ਢੰਗ ਦੇ ਨਾਲ, ਇਹਨੂੰ ਤੁਸੀਂ ਜਿੱਦਾਂ ਮਰਜ਼ੀ ਮਿੱਟੀ ਦੇ ਵਿੱਚ ਰੋੜ ਦੇਵੋ, ਪਰ ਅੰਦਰੋਂ ਨਹੀਂ ਟੁੱਟ ਸਕਦਾ। ਇਹ ਨਹੀਂ ਵੀ ਅੱਜ ਕੁਝ ਹੋਰ ਗੱਲ, ਕੱਲ੍ਹ ਕੁਝ ਹੋਰ, ਪਰਸੋਂ ਕਿਤੇ ਹੋਰ ਨੂੰ ਭੱਜ ਪਏ। ਇਹ ਜਿਹੜੇ ਹਾਲਾਤ ਬਣੇ ਨੇ, ਇਹਨਾਂ ਹਾਲਾਤਾਂ ਦੇ ਵਿੱਚ ਸਾਨੂੰ ਸਮਝਣਾ ਪਏਗਾ। ਮਾਲਿਕ ਜੀ ਨੇ ਕਿਹਾ ਜਿਹੜਾ ਕੁਝ ਤੇਰੇ ਆਲੇ ਦੁਆਲੇ ਵਰਤ ਰਿਹਾ ਨਾ, ਉਹਨਾਂ ਦੇ ਛੱਡ ਦੇ। ਘੱਟੋ ਘੱਟ ਤੂੰ ਆਪਣੇ ਮਨ ਨੂੰ ਸੱਚ ਦੇ ਨਾਲ ਟਿਕਾ ਕੇ ਉਹਦੀ ਭਗਤੀ ਕਰਨੀ। ਤਾਂ ਨਿੰਦਾ ਚੁਗਲੀਆਂ ਦੇ ਵਿੱਚ ਇਹੋ ਜਿਹਾ ਪੈਣਾ ਹੈ ਕਿ ਜਿਸ ਦਿਨ ਸੱਚ ਗੱਲ ਸਮਝ ਆਉਣੀ ਹੈ ਨਾ, ਉਸ ਦਿਨ ਆਪਣੇ ਆਪ 'ਤੇ ਅਫਸੋਸ ਹੋਏਗਾ। ਤੂੰ ਆਪਣੇ ਜੀਵਨ ਨੂੰ ਦਿਖਾਵੇ ਵਾਲਾ ਨਾ ਬਣਾ, ਤੂੰ ਆਪਣੇ ਜੀਵਨ ਨੂੰ ਰੱਬ ਨੂੰ ਭਾਉਣ ਵਾਲਾ ਬਣਾ। ਨਿੰਦਾ ਚੁਗਲੀਆਂ ਤੋਂ ਬਚ, ਨਾਨਕ ਨੀਚ ਕਹੈ ਵਿਚਾਰ। ਇਹ ਸੇਵਕ ਦਾਸ ਪਰਮਾਤਮਾ ਜੀ ਜਿਹੜਾ ਕਿਸੇ ਲਾਇਕ ਨਹੀਂ ਹੈ, ਤੇ ਨੀਚ ਦਾ ਭਾਵ ਇਹ ਨਾ ਸਮਝ ਲੈਣਾ ਕਿਸੇ ਜਾਤੀਵਾਦ ਦੇ ਨਾਲ ਜੋੜ ਲਿਆ। ਮਾਲਕ ਜੀ ਕਹਿੰਦੇ ਮੇਰੇ ਅੰਦਰ ਕੋਈ ਗੁਣ ਨਹੀਂ ਹੈ, ਮੈਂ ਬੜਾ ਨੀਵਾਂ ਮਾਲਕ ਜੀ, ਤੂੰ ਮੇਰੇ ਤੇ ਤਰਸ ਕਰ। ਮੈਨੂੰ ਜਿਹੜੀ ਗੱਲ ਸਮਝ ਆਈ ਹੈ, ਸੰਸਾਰ ਦੇ ਜੀਆਂ ਅੱਗੇ ਉਦਕ ਰਹੇ ਨੇ, ਇੱਕ ਸੇਵਕ ਦੇ ਰੂਪ ਦੇ ਵਿੱਚ ਜਿਹੜਾ ਇਹ ਸ਼ਬਦ ਨੂੰ ਪੜ੍ਹੇ, ਉਹਦੇ ਲਈ ਹੈ ਕਿ ਨਾਨਕ ਨੀਚ ਕਹਿ ਵਿਚਾਰ, ਵਾਰਿਆ ਨਾ ਜਾਵਾਂ ਇੱਕ ਵਾਰ। ਉਹ ਪਰਮਾਤਮਾ ਰੱਬ ਜੋ ਅਪਾਰ ਨੇ ਨਾ, ਉਹਨਾਂ 'ਤੇ ਅਸੀਂ ਆਪਣੇ ਆਪ ਨੂੰ ਜ਼ਿੰਦਗੀ ਦਾ ਸਾਰਾ ਕੁਝ ਲਾ ਦਈਏ ਤਾਂ ਵੀ ਵਾਰ ਨਹੀਂ ਕਰ ਸਕਦੇ। ਔਰ ਜੇ ਉਹਦੇ ਹੁਕਮ ਦੇ ਵਿੱਚ ਰਹੀਏ ਤੇ ਸਮਝ ਲੈਣਾ ਅਸੀਂ ਉਹਦੇ ਸਭ ਤੋਂ ਪਿਆਰੇ ਬਣ ਜਾਵਾਂਗੇ। ਬਸ ਇਹੀ ਗੱਲ ਸਮਝਣੀ ਆ, ਹਉਮੈ ਦਾ ਭਰਿਆ ਇੱਕ ਅੱਖਰ ਵੀ ਜ਼ਿੰਦਗੀ ਅੰਦਰ ਜ਼ਹਿਰ ਬਣ ਜਾਂਦਾ ਹੈ। ਔਰ ਨਿਮਰਤਾ ਦੇ ਵਿੱਚ ਅੱਖਰ ਨਾ ਵੀ ਬੋਲੀਏ, ਹੱਥ ਜੋੜਿਆ ਹੀ ਪਰਿਵਾਰ ਹੋ ਜਾਂਦਾ ਹੈ, ਜਿਸ ਨੂੰ ਗੁਰਬਾਣੀ ਕਹਿੰਦੀ ਹੈ ਕਹਿਵੇ ਕੋ ਸੋਭਾ ਨਹੀਂ ਦੇਖਾ ਹੀ ਪਰਿਵਾਰ। ਮਾਲਕ ਜੀ ਤੇ ਬਖਸ਼ਿਸ਼ ਕਰ ਰਹੇ ਨੇ, ਤੂੰ ਯਤਨ ਕਰ ਜੋ ਤੁਧ ਭਾਵੇਂ ਸਾਈ ਭਲੀ ਕਾਰ। ਰੱਬ ਜੀ ਜੋ ਆਪ ਜੀ ਨੂੰ ਚੰਗਾ ਲੱਗਦਾ ਹੈ ਉਹੀ ਮੇਰੇ ਲਈ ਚੰਗਾ ਹੈ। ਤੂੰ ਮੇਰੇ ਤੇ ਤਰਸ ਕਰ, ਤੂੰ ਸਦਾ ਸਲਾਮਤ ਨਿਰੰਕਾਰ। ਇਹਨਾਂ ਕੁਝ ਵਿਚਾਰ ਕੇ ਮੈਨੂੰ ਇਹ ਗੱਲ ਸਮਝ ਆ ਗਈ ਹੈ ਕਿ ਜੇ ਕੋਈ ਸਲਾਮਤ ਇਸ ਸੰਸਾਰ ਦੇ ਵਿੱਚ ਵਰਤਦਾ ਹੈ, ਉਹ ਸਿਰਫ ਤੂੰ ਹੈ। ਤੂੰ ਨਿਰੰਕਾਰ ਹੈ, ਬਗੈਰ ਕਿਸੇ ਆਕਾਰ ਤੋਂ ਵਰਤ ਰਿਹਾ ਹੈ। ਔਰ ਵਡਿਆਈ ਇਹ ਹੈ ਕਿ ਤੂੰ ਸਲਾਮਤ ਹੈ, ਤੇਰੇ ਵਿੱਚ ਮਿਲਾਵਟ ਨਹੀਂ ਹੋਈ, ਬਾਕੀ ਸਾਰਿਆਂ ਦੇ ਵਿੱਚ ਹੋ ਗਈ ਹੈ। ਪਰ ਗੁਰੂ ਕਹਿੰਦਾ ਉਹਦਾ ਸਿੱਖ ਵੀ ਇਹੋ ਜਿਹਾ ਹੋਵੇ, ਉਹਨੂੰ ਮੰਨਣ ਵਾਲਾ ਵੀ ਇਹੋ ਜਿਹਾ ਹੋਵੇ, ਜਿਹੜਾ ਵੇਖਣ ਨੂੰ ਭਾਵੇਂ ਕੋਈ ਸਰੂਪ ਹੈ ਪਰ ਉਹਦੇ ਅੰਦਰ ਨਿਰੰਕਾਰ ਦਾ ਵਾਸ ਹੋਵੇ, ਉਹ ਰੱਬ ਨੂੰ ਪ੍ਰਵਾਨ ਜਾਂਦਾ ਹੈ। ਇਹ ਬਾਤ ਦੀ ਸਮਝਾਉਣਾ ਕਰ ਰਹੇ ਨੇ, ਇਹਦੀ ਬੇਨਤੀ ਪ੍ਰਵਾਨ ਕਰ ਲੈਣੀ। ਸਾਰਿਆਂ ਦਾ ਧੰਨਵਾਦ ਬਖਸ਼ੋ, ਸੀਸ ਬਲਾਓ, ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।